ਕੰਟੀਨਿਊ ਕਰਦੇ ਹਾਂ ਜੀ। ਕੰਸੀਡਰ ਦ ਫੋਲੋਇੰਗ ਸਟੇਟਮੈਂਟਸ, ਕੁਝ ਸਟੇਟਮੈਂਟਸ ਦਿੱਤੀਆਂ ਹੋਈਆਂ। ਆਰੀਆ ਸਮਾਜ ਵਾਜ਼ ਫਾਊਂਡਡ ਇਨ 1835। ਹੁਣ ਦੇਖੋ ਤੁਸੀਂ ਕਹੋਗੇ ਕਿ ਸਾਨੂੰ ਐਗਜ਼ੈਕਟ ਡੇਟਾਂ ਨਹੀਂ ਯਾਦ ਰਹਿਣੀਆਂ, ਪਰ ਥੋੜ੍ਹਾ ਅੰਦਾਜ਼ਾ ਮਾਰੀਏ। ਆਪਾਂ ਕਈ ਵਾਰ ਗੱਲ ਕੀਤੀ ਕਿ 19ਵੀਂ ਸ਼ਤਾਬਦੀ ਦਾ ਸੈਕਿੰਡ ਹਾਫ ਹੈ ਨਾ ਜਿਹੜਾ, ਉਹ ਕਾਫੀ ਕਮਿਊਨਲ ਦਾ ਦੌਰ ਸੀ। ਧਰਮ ਦੇ ਨਾਂ 'ਤੇ ਕਾਫੀ ਵੰਡੀਆਂ ਪੈ ਰਹੀਆਂ ਸਨ। ਉਸੇ ਸਮੇਂ ਆਰੀਆ ਸਮਾਜ, ਸਿੰਘ ਸਭਾ, ਹਰ ਧਰਮ ਦੇ ਆਪਣੇ ਆਪਣੇ ਕੁਝ ਇਸ ਤਰ੍ਹਾਂ ਦੇ ਗਰੁੱਪ ਬਣ ਰਹੇ ਸੀ, ਸੰਸਥਾਵਾਂ ਬਣ ਰਹੀਆਂ ਸੀ ਜਿਹੜੇ ਆਪਣੇ ਆਪ ਨੂੰ ਵਧੀਆ ਕਹਿ ਰਹੀਆਂ ਸਨ ਅਤੇ ਇਸ ਉੱਤੇ ਜ਼ੋਰ ਲਾਉਂਦੇ ਸੀ ਕਿ ਅਸੀਂ ਦੂਸਰੇ ਤੋਂ ਅਲੱਗ ਕਿਸ ਤਰ੍ਹਾਂ ਹਾਂ, ਅਤੇ ਆਰੀਆ ਸਮਾਜ ਵੀ ਉਹਨਾਂ ਵਿੱਚੋਂ ਇੱਕ ਸੀ। ਅਤੇ 1835 ਇਹ ਗੱਲ ਨਹੀਂ ਹੋ ਸਕਦੀ, ਇਹ 1850 ਤੋਂ ਬਾਅਦ ਦੀਆਂ ਗੱਲਾਂ ਆ। 1880, 82, 83 ਇਹ ਸਨਾਂ ਦੀਆਂ ਗੱਲਾਂ ਆ। ਕਹਿਣ ਦਾ ਭਾਵ ਸਾਨੂੰ ਹਰੇਕ ਜੇਰ ਨਹੀਂ ਯਾਦ ਰਹਿਣਾ, ਪਰ ਥੋੜ੍ਹਾ ਦਿਮਾਗ ਲਾਵਾਂਗੇ ਤਾਂ ਪਤਾ ਲੱਗ ਜਾਂਦਾ ਕਿ ਇਹ ਗੱਲਾਂ ਸੈਕਿੰਡ ਹਾਫ ਦੀਆਂ ਆ, 19ਵੀਂ ਸ਼ਤਾਬਦੀ ਦੇ ਸੈਕਿੰਡ ਹਾਫ ਦੀਆਂ ਗੱਲਾਂ ਆ, ਪਹਿਲੇ ਦੀਆਂ ਨਹੀਂ। ਇਹ ਗਲਤ ਹੋ ਜਾਣਾ ਜੀ। ਆਪਾਂ ਕਰੈਕਟ ਆਨਸਰ ਚੱਕਣਾ ਆ। ਪਹਿਲਾ ਗਲਤ ਹੋ ਗਿਆ, ਆਹ ਸਟੇਟਮੈਂਟ ਉੱਡ ਗਈ। ਲਾਲਾ ਲਾਜਪਤ ਰਾਏ ਅਪੋਜ਼ ਦ ਅਪੀਲ ਆਫ ਆਰੀਆ ਸਮਾਜ ਟੂ ਦ ਅਥਾਰਟੀ ਆਫ ਵੇਦਾਸ ਇਨ ਸਪੋਰਟ ਆਫ ਇਟਸ ਸੋਸ਼ਲ ਰਿਫਾਰਮ ਪ੍ਰੋਗਰਾਮ। ਇਹਦਾ ਮਤਲਬ ਆ ਕਿ ਲਾਲਾ ਲਾਜਪਤ ਰਾਏ ਨੇ ਆਰੀਆ ਸਮਾਜ ਦਾ ਵਿਰੋਧ ਕੀਤਾ। ਨਹੀਂ, ਲਾਲਾ ਲਾਜਪਤ ਰਾਏ ਆਪਣੇ ਆਪ ਵਿੱਚ ਕੱਟੜ ਇੱਕ ਆਰੀਆ ਸਮਾਜੀ ਸੀ, ਉਹ ਆਰੀਆ ਸਮਾਜੀ ਮੈਂਬਰ ਸੀ ਜੀ। ਇਹ ਗੱਲਾਂ ਕਰਕੇ ਭਗਤ ਸਿੰਘ ਦੀ ਵੀ ਲਾਲਾ ਜੀ ਨਾਲ ਕੀ ਆ, ਥੋੜ੍ਹੀ ਤਕਰਾਰ ਹੋਈ ਸੀ ਵੀ ਭਗਤ ਸਿੰਘ ਨੇ ਸੀਗਾ ਕਿ ਲਾਲਾ ਜੀ ਆਪਣੇ ਧਾਰਮਿਕ ਹਿੱਤਾਂ ਲਈ ਜ਼ਿਆਦਾ ਅਗਰਸਰ ਆ। ਇਹ ਗੱਲਾਂ ਸੀ ਜੀ, ਉਹ ਆਰੀਆ ਸਮਾਜੀ ਸੀ, ਇਸ ਲਈ ਅਪੋਜ਼ ਕੀਤਾ ਆਰੀਆ ਸਮਾਜ ਦਾ। ਨਹੀਂ, ਇਹ ਵੀ ਗਲਤ ਆ ਜੀ ਗੱਲ। ਦੂਸਰਾ ਚੱਕ ਦਿਓ ਜੀ। ਜਦੋਂ ਦੂਸਰਾ ਚੱਕਤਾ, ਆਹ ਦੇਖੋ ਆਨਸਰ ਆਪਣੇ ਆਪ ਡੀ ਆ ਗਿਆ। ਪੜ੍ਹ ਲੈਂਦੇ ਜੀ ਅਸੀਂ। ਅੰਡਰ ਕੇਸ਼ਵ ਚੰਦਰ ਸੇਨ ਦਾ ਬ੍ਰਹਮ ਸਮਾਜ ਕੰਪੇਨ ਫॉर ਵੂਮੈਨਸ ਐਜੂਕੇਸ਼ਨ। ਠੀਕ ਹੈ ਜੀ, ਕੇਸ਼ਵ ਚੰਦਰ ਸੇਨ ਨੇ ਦੇ ਅੰਤਰਗਤ ਵੂਮੈਨ ਐਜੂਕੇਸ਼ਨ ਲਈ ਬਹੁਤ ਕੰਮ ਹੋਇਆ। ਕਿਹੜੀ ਸੰਸਥਾ ਦੁਆਰਾ? ਬ੍ਰਹਮ ਸਮਾਜ ਦੁਆਰਾ। ਠੀਕ। ਵਿਨੋਬਾ ਭਾਵੇ ਫਾਊਂਡਰ ਦਾ ਸਰਵੋਦਿਆ ਸਮਾਜ ਟੂ ਵਰਕ ਅਮੰਗ ਰਿਫਿਊਜੀਜ਼। ਵਿਨੋਬਾ ਭਾਵੇ ਨੇ ਸਰਵੋਦਿਆ ਸਮਾਜ ਦੀ ਕੀ ਆ ਨਿਰਮਾਣ ਕੀਤਾ ਤਾਂ ਕਿ ਰਿਫਿਊਜੀਆਂ ਦੇ ਵਿੱਚ ਕੰਮ ਕੀਤਾ ਜਾ ਸਕੇ। ਆਜ਼ਾਦੀ ਤੋਂ ਬਾਅਦ ਜਿਹੜੇ ਕਾਫੀ ਸ਼ਰਨਾਰਥੀ ਦੂਸਰੇ ਏਰੀਏ ਤੋਂ ਭਾਰਤ ਆਏ ਸੀ, ਉਹਨਾਂ ਵਿੱਚ ਕੰਮ ਕਰਨ ਲਈ ਸਰਵੋਦਿਆ ਸਮਾਜ ਦੀ ਸਥਾਪਨਾ ਕੀਤੀ। ਕਿਹਨਾਂ ਨੇ? ਵਿਨੋਬਾ ਭਾਵੇ ਨੇ। ਠੀਕ ਹੈ ਜੀ, ਚੌਥਾ ਵੀ ਸਹੀ ਆ। ਡੀ, ਆਰੀਆ ਸਮਾਜ ਦੀ ਸਥਾਪਨਾ ਦਇਆਨੰਦ ਸਰਸਵਤੀ ਦੁਆਰਾ ਬੰਬਈ ਵਿਖੇ 1875 ਵਿੱਚ ਕੀਤੀ ਗਈ ਸੀ, ਮਤਲਬ 1835 ਵਿੱਚ ਨਹੀਂ। ਲਾਲਾ ਲਾਜਪਤ ਰਾਏ ਆਰੀਆ ਸਮਾਜ ਵਿੱਚ ਸ਼ਾਮਲ ਹੋ ਗਏ। ਉਹਨਾਂ ਦਾ ਰਸਾਲਾ ਆਰੀਆ ਗਜ਼ਟ ਮੁੱਖ ਤੌਰ 'ਤੇ ਆਰੀਆ ਸਮਾਜ ਨਾਲ ਸੰਬੰਧਿਤ ਵਿਸ਼ਿਆਂ 'ਤੇ ਕੇਂਦਰਿਤ ਸੀ। ਉਸਨੇ ਕਦੇ ਵੀ ਆਰੀਆ ਸਮਾਜ ਦਾ ਵਿਰੋਧ ਨਹੀਂ ਕੀਤਾ ਸੀ। ਠੀਕ। Who amongst the following Englishmen first translated ਭਗਵਤ ਗੀਤਾ into English? ਕਿਹੜੇ ਅੰਗਰੇਜ਼ ਨੇ ਭਗਵਤ ਗੀਤਾ ਦੀ ਟਰਾਂਸਲੇਸ਼ਨ ਕੀਤੀ ਸੀ ਅੰਗਰੇਜ਼ੀ ਵਿੱਚ? ਇਹ ਸੀ ਜੀ ਚਾਰਲਸ ਵਿਲਕਿੰਸ। ਚਾਰਲਸ ਵਿਲਕਿੰਸ। ਚਾਰਲਸ ਵਿਲਕਿੰਸ ਵਿਲੀਅਮ ਜੋਨਸ ਦੁਆਰਾ ਸਥਾਪਿਤ ਏਸ਼ੀਆਟਿਕ ਸੁਸਾਇਟੀ ਆਫ ਬੰਗਾਲ ਦਾ ਮੈਂਬਰ ਸੀ। ਜਿਹੜਾ ਚਾਰਲਸ ਬੰਦਾ ਸੀ, ਚਾਰਲਸ ਵਿਲਕਿੰਸ, ਇਹ ਵਿਲੀਅਮ ਜੋਨਸ ਦੁਆਰਾ ਸਥਾਪਿਤ ਏਸ਼ੀਆਟਿਕ ਸੁਸਾਇਟੀ ਆਫ ਬੰਗਾਲ ਦਾ ਮੈਂਬਰ ਸੀ। ਉਸਨੇ 1794 ਵਿੱਚ ਭਗਵਤ ਗੀਤਾ ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ। ਠੀਕ। Which one of the following submitted in 1875 a petition to the House of Commons? ਜਿਹੜੀ ਬ੍ਰਿਟਿਸ਼ ਦੀ ਹਾਊਸ ਆਫ ਕਾਮਨ, ਜਿੱਦਾਂ ਸਾਡੇ ਲੋਕ ਸਭਾ ਆ, ਜਿਹੜੀ ਉੱਥੇ ਇਸ ਤਰ੍ਹਾਂ ਦਾ ਸਦਨ ਸੀ, ਪਾਰਲੀਮੈਂਟ ਕਹਿ ਲਓ, ਉਹਨਾਂ 'ਤੇ ਪਟੀਸ਼ਨ ਪਾਈ ਅਤੇ ਡਿਮਾਂਡ ਕੀਤਾ। ਕੀ ਡਿਮਾਂਡ ਕੀਤਾ? ਇੰਡੀਆਜ਼ ਡਾਇਰੈਕਟ ਰਿਪਰਜੈਂਟੇਸ਼ਨ ਇਨ ਦਾ ਬ੍ਰਿਟਿਸ਼ ਪਾਰਲੀਮੈਂਟ। ਬ੍ਰਿਟਿਸ਼ ਪਾਰਲੀਮੈਂਟ ਵਿੱਚ ਵੀ ਭਾਰਤੀਆਂ ਦੀ ਨੁਮਾਇੰਦਗੀ ਹੋਵੇ। ਇਹ ਕਿਹਨਾਂ ਨੇ ਪਟੀਸ਼ਨ ਪਾਈ ਸੀ? ਡੈਕਨ ਐਸੋਸੀਏਸ਼ਨ, ਇੰਡੀਅਨ ਐਸੋਸੀਏਸ਼ਨ, ਮਦਰਾਸ ਮਹਾਜਨ ਸਭਾ ਅਤੇ ਪੂਨਾ ਸਾਰਵਜਨਿਕ ਸਭਾ। ਇਹ ਤੁਹਾਡੇ ਸ਼ੁਰੂਆਤੀ ਤੌਰ ਦੀਆਂ ਐਸੋਸੀਏਸ਼ਨਸ ਆ ਜੀ। ਆਨਸਰ ਹੈ ਜੀ ਪੂਨਾ ਸਾਰਵਜਨਿਕ ਸਭਾ। ਪੂਨਾ ਸਰਵਜਨਕ ਸਭਾ ਦੀ ਸਥਾਪਨਾ 1870 ਵਿੱਚ MG ਰਾਨਾਡੇ ਅਤੇ ਜੋਸ਼ੀ ਨੇ ਕੀਤੀ। ਇਸ ਨੇ 1875 ਵਿੱਚ ਹਾਊਸ ਆਫ ਕਾਮਨਸ ਨੂੰ ਇੱਕ ਪਟੀਸ਼ਨ ਸੌਂਪੀ
ਜਿਸ ਵਿੱਚ ਬ੍ਰਿਟਿਸ਼ ਸੰਸਦ ਵਿੱਚ ਭਾਰਤ ਦੀ ਸਿੱਧੀ ਪ੍ਰਤੀਨਿਧਤਾ ਦੀ ਮੰਗ ਕੀਤੀ ਗਈ ਸੀ। ਠੀਕ ਹੈ ਜੀ। With which one of the following mountain tribes, ਪਹਾੜੀ ਕਬੀਲਿਆਂ ਦੀ ਗੱਲ ਹੋ ਰਹੀ ਹੈ ਜੀ, did the British first come into contact with after the grant of Diwani in the year 1765? ਅਸੀਂ ਪੜ੍ਹਿਆ ਕਿ 1775 ਵਿੱਚ ਬਕਸਰ ਦੀ ਲੜਾਈ ਤੋਂ 1 ਸਾਲ ਬਾਅਦ ਬ੍ਰਿਟਿਸ਼ਰ ਨੇ ਦੀਵਾਨੀ ਰਾਈਟ ਪ੍ਰਾਪਤ ਕਰ ਲਏ। ਬੰਗਾਲ, ਉੜੀਸਾ ਤੇ ਬਿਹਾਰ ਹਨਾ, ਇਸ ਏਰੀਏ ਦੇ ਦੀਵਾਨੀ ਰਾਈਟ ਪ੍ਰਾਪਤ ਕਰ ਲਏ। ਪ੍ਰਾਪ ਟੈਕਸ ਕਲੈਕਟ ਕਰਨ ਦਾ ਰਾਈਟ। ਠੀਕ, ਤੇ ਉਸ ਤੋਂ ਬਾਅਦ ਉਹ ਕਿਹੜੇ ਪਹਾੜੀ ਕਬੀਲੇ ਦੇ ਸੰਪਰਕ ਵਿੱਚ ਆਏ? ਗਾਰੋ, ਖਾਸੀ, ਕੁਕੀ ਜਾਂ ਟਿਪੇਰਾ? ਆਂਸਰ ਹੈ ਜੀ ਖਾਸੀ। ਸਾਲ 1765 ਵਿੱਚ ਦੀਵਾਨੀ ਦੀ ਗ੍ਰਾਂਟ ਤੋਂ ਬਾਅਦ ਅੰਗਰੇਜ਼ ਪਹਿਲੀ ਵਾਰ ਖਾਸੀ ਨਾਮਕ ਪਹਾੜੀ ਕਬੀਲਿਆਂ ਦੇ ਸੰਪਰਕ ਵਿੱਚ ਆਏ। ਅਗਲਾ ਪ੍ਰਸ਼ਨ ਜੀ, ਮੈਚ ਲਿਸਟ 1 ਭਾਵ ਐਕਟਸ ਆਫ ਕਲੋਨੀਅਲ ਗਵਰਨਮੈਂਟ ਆਫ ਇੰਡੀਆ। ਬ੍ਰਿਟਿਸ਼ ਸਰਕਾਰ ਨੇ ਭਾਰਤ ਵਿੱਚ ਆਹ ਕਾਨੂੰਨ ਬਣਾਏ ਸੀ ਤੇ ਲਿਸਟ 2 ਮਤਲਬ ਉਹਦੇ ਵਿੱਚ ਕੀ ਕੀ ਗੱਲਾਂ ਕਹੀਆਂ ਗਈਆਂ ਸੀ ਤੇ ਸਿਲੈਕਟ ਕਰਨਾ ਕਰੈਕਟ ਆਂਸਰ ਯੂਜ਼ਿੰਗ ਦਾ ਕੋਡਸ ਗਿਵਨ ਬਿਲੋ ਦਾ ਲਿਸਟ। ਦੇਖਦੇ ਹਾਂ ਜੀ, ਆਹ ਕੁਛ ਕਾਨੂੰਨ ਆ ਜੀ, ਆਹ ਕੁਛ ਪ੍ਰੋਵੀਜ਼ਨਸ ਆ। ਚਾਰਟਰ ਐਕਟ 1813, ਰੈਗੂਲੇਟਿੰਗ ਐਕਟ, ਐਕਟ ਆਫ 1858, ਪਿਟਸ ਇੰਡੀਆ ਐਕਟ। ਠੀਕ ਹੈ ਨਾ। ਆਹ ਦੇਖੋ ਜੀ, ਸੈਟ ਅਪ ਏ ਬੋਰਡ ਆਫ ਕੰਟਰੋਲ ਇਨ ਬ੍ਰਿਟੇਨ ਟੂ ਫੁੱਲੀ ਰੈਗੂਲੇਟ ਦਾ ਈਸਟ ਇੰਡੀਆ। ਬੋਰਡ ਆਫ ਕੰਟਰੋਲ ਆਪਾਂ ਪੜ੍ਹਿਆ ਸੀਗਾ ਪਿਟਸ ਇੰਡੀਆ ਐਕਟ ਦੇ ਤਹਿਤ BCCD, ਬੋਰਡ ਆਫ ਕੰਟਰੋਲ, ਕੋਰਟ ਆਫ ਡਾਇਰੈਕਟਰ। ਤਾਂ ਡੀ ਦਾ ਆਂਸਰ ਹੋਣਾ ਚਾਹੀਦਾ ਪਹਿਲਾ। ਡੀ ਦਾ ਪਹਿਲਾ ਹੋਣ ਦੀ ਸੰਭਾਵਨਾ ਆ, ਨਹੀਂ ਵੀ ਆਉਂਦਾ ਤਾਂ ਵੀ ਕੋਈ ਗੱਲ ਨਹੀਂ, ਛੱਡ ਦਿਓ 2 ਮਿੰਟ ਲਈ। ਦੇਖਦੇ ਹਾਂ ਜੀ, ਰੈਗੂਲੇਟਿੰਗ ਐਕਟ 1773 ਵਿੱਚ ਆਇਆ ਸੀ ਕਿ ਈਸਟ ਇੰਡੀਆ ਕੰਪਨੀ ਨੂੰ ਅਸੀਂ ਕੀ ਕਰ ਦੇਣਾ ਆ, ਰੈਗੂਲੇਟ ਕਰ ਦੇਣਾ ਆ ਜੀ। The company's directors were asked to present to the British government all correspondence and documents pertaining to the administration of the company। ਵੀ ਇਹ ਕੰਪਨੀ ਦੇ ਬੰਦੇ ਹੋ, ਡਾਇਰੈਕਟਰ ਹੋ, ਵੀ ਤੁਸੀਂ ਜੋ ਕੰਮ ਧੰਦਾ ਕਰਦੇ ਆ ਉਹਦੇ ਨਾਲ ਸੰਬੰਧਿਤ ਰਿਪੋਰਟਾਂ ਸਾਨੂੰ ਦਿਓ। ਇਹ ਕੀ ਸੀਗਾ? ਰੈਗੂਲੇਟਿੰਗ ਐਕਟ ਵਿੱਚ ਆਇਆ। ਠੀਕ ਹੈ ਜੀ, ਤੁਹਾਨੂੰ ਪਤਾ ਠੀਕ ਆ, ਨਹੀਂ ਪਤਾ ਤਾਂ ਵੀ ਕੋਈ ਗੱਲ ਨਹੀਂ। ਅਗਲਾ ਪ੍ਰਸ਼ਨ ਦੇਖ ਲੈਂਦੇ ਹਾਂ, ਅਗਲਾ ਆਪਸ਼ਨ ਦੇਖਦੇ ਹਾਂ। ਐਕਟ ਆਫ 1858, the power to govern was transferred from the ਈਸਟ ਇੰਡੀਆ ਕੰਪਨੀ ਟੂ ਦਾ ਬ੍ਰਿਟਿਸ਼ ਕਰਾਊਨ। ਇਹ ਸਾਨੂੰ ਪਤਾ ਜੀ। ਹੁਣ ਕੀ ਆ, ਈਸਟ ਇੰਡੀਆ ਕੰਪਨੀ ਦਾ ਰਾਜ ਖਤਮ ਹੋ ਗਿਆ ਤੇ ਪਾਵਰ ਕਿਹਨੂੰ ਦੇ ਦਿੱਤੀ ਗਈ? ਸਿੱਧੀ ਬ੍ਰਿਟਿਸ਼ ਕਰਾਊਨ ਦੇ ਅੰਤਰਗਤ ਆ ਗਈ ਪਾਵਰ। ਸੀ ਦਾ ਤੀਜਾ। ਠੀਕ ਹੈ ਜੀ। ਅੱਛਾ, ਕਿਹੜਾ ਰਹਿ ਗਿਆ? ਓਕੇ, ਸੀ ਦਾ ਕੀ ਹੈ ਜੀ? ਤੀਜਾ। ਆਪਾਂ ਦੇਖਦੇ ਹਾਂ ਪਹਿਲਾਂ ਸੀ ਦਾ ਤੀਜਾ। ਏ ਤੇ ਡੀ ਵਿੱਚ ਆਂਸਰ ਆ ਚੱਕ ਦੋ। ਹੁਣ ਏ ਦਾ ਦੂਜਾ, ਬੀ ਦਾ ਚੌਥਾ, ਡੀ ਦਾ ਪਹਿਲਾ ਆਪਾਂ ਇਹੀ ਲਾਇਆ। ਏ ਦਾ ਦੂਜਾ, ਹਾਂ, ਕੰਪਨੀ ਸਟੇਟ ਮੋਨੋਪੋਲੀ ਇਨ ਇੰਡੀਆ ਵਾਸ ਐਂਡਡ। ਪੂਰੀ ਐਂਡ ਨਹੀਂ ਸੀ ਹੋਈ ਸੀ, 1-2 ਸਬਜੈਕਟ ਛੱਡ ਦਿੱਤੇ ਗਏ ਸੀ, ਪਰ ਫਿਰ ਵੀ ਏ ਦਾ ਦੂਜਾ ਬਣਦਾ ਆ। ਬਾਕੀ ਆਪਣਾ ਪੁਰਾਣਾ ਫਾਰਮੂਲਾ, ਜੇ ਨਹੀਂ ਵੀ ਹੁੰਦਾ ਪਹਿਲਾਂ ਟਿਕ ਕਰ ਦੇਣਾ ਏ। ਤੇ ਬੀ ਦਾ ਚੌਥਾ, ਬੀ ਦਾ ਆਪਾਂ ਚੌਥਾ ਹੀ ਲਾਇਆ ਜੀ, ਹਨਾ। ਤੇ ਡੀ ਦਾ ਪਹਿਲਾ, ਡੀ ਦਾ ਆਪਾਂ ਪਹਿਲਾਂ ਹੀ ਲਾਇਆ। ਇਹ ਤੁਸੀਂ ਦੇਖ ਲੈਣਾ। Which one of the following acts of British India strengthened the Viceroy's authority over his executive council by substituting portfolio or departmental system for corporate functioning? ਕਹਿਣ ਦਾ ਭਾਵ ਕਿਹੜਾ ਐਕਟ ਪੋਰਟਫੋਲੀਓ ਭਾਵ ਡਿਪਾਰਟਮੈਂਟ ਵਾਲਾ ਸਿਸਟਮ। ਦੇਖੋ ਨਾ, ਪਹਿਲਾਂ ਹੁੰਦੀ ਸੀ ਸਰਕਾਰ ਕੰਮ ਕਰਦੀ ਸੀ, ਬਾਅਦ ਵਿੱਚ ਉਹਨਾਂ ਕਹਿੰਦੇ ਠੀਕ ਆ ਯਾਰ ਵੀ ਇਹਦੇ ਵਿੱਚ ਨਾ ਡਿਪਾਰਟਮੈਂਟ ਬਣਾ ਦਿਓ, ਅਲੱਗ ਸਰਕਾਰ ਵਿੱਚ ਡਿਪਾਰਟਮੈਂਟ ਬਣਾ ਦਿਓ। ਉਹਨੂੰ ਕਹਿੰਦੇ ਜੀ ਪੋਰਟਫੋਲੀਓ ਸਿਸਟਮ। ਡਿਪਾਰਟਮੈਂਟ ਬਣਾ ਕੇ ਤਾਂ ਕਿ ਕੀ ਹੋ ਜਾਏ, ਕੰਮ ਆਸਾਨ ਹੋ ਜਾਏ ਤੇ ਇੱਕ ਡਿਪਾਰਟਮੈਂਟ ਦਾ ਜਿਹੜਾ ਹੈੱਡ ਹੋਏਗਾ ਉਹ ਆਪਣੇ ਡਿਪਾਰਟਮੈਂਟ ਪ੍ਰਤੀ ਉੱਤਰਦਾਈ ਹੋਏਗਾ ਤੇ ਆਪਣਾ ਕੰਮ ਆਪਣੇ ਹਿਸਾਬ ਨਾਲ ਚਲਾਏਗਾ। ਇਹ ਕਦੋਂ ਆਇਆ ਸੀ ਜੀ? ਇਹ ਆਇਆ ਸੀ ਇੰਡੀਅਨ ਕੌਂਸਲ ਐਕਟ ਆਫ 1861। 1861 ਦੇ ਇੰਡੀਅਨ ਕੌਂਸਲ ਐਕਟ ਨੇ ਵਾਇਸਰਾਏ ਦੀ ਕਾਰਜਕਾਰੀ ਕੌਂਸਲ
ਐਗਜ਼ੀਕਿਊਟਿਵ ਕੌਂਸਲ ਅਸੀਂ ਕੀ ਪੜ੍ਹਿਆ, ਕੀ ਹੁੰਦੀ ਆ, ਬੇਸਿਕਲੀ ਸਰਕਾਰ ਹੈ ਨਾ, ਉਸ ਨੂੰ ਪੋਰਟਫੋਲੀਓ ਪ੍ਰਣਾਲੀ ਤੇ ਚੱਲਣ ਵਾਲੀ ਇੱਕ ਛੋਟੀ ਕੈਬਨਿਟ ਵਿੱਚ ਬਦਲ ਦਿੱਤਾ। ਹੁਣ ਕੀ ਹੈ, ਕੈਬਨਿਟ ਸਿਸਟਮ ਆ ਗਿਆ ਅਤੇ 5 ਆਮ ਮੈਂਬਰਾਂ ਵਿੱਚੋਂ ਹਰੇਕ ਨੂੰ ਕਲਕੱਤਾ ਦੀ ਸਰਕਾਰ ਦੇ ਇੱਕ ਵੱਖਰੇ ਵਿਭਾਗ ਦਾ ਇੰਚਾਰਜ ਲਗਾਇਆ ਗਿਆ ਸੀ, ਭਾਵ ਡਿਪਾਰਟਮੈਂਟਲ ਸਿਸਟਮ ਆ ਗਿਆ। ਠੀਕ ਹੈ ਜੀ। ਡਿਊਰਿੰਗ ਦਾ ਕੋਲੋਨੀਅਲ ਪੀਰੀਅਡ ਇਨ ਇੰਡੀਆ, ਜਦੋਂ ਬ੍ਰਿਟਿਸ਼ ਦਾ ਰਾਜ ਸੀ ਉਸ ਵੇਲੇ, ਵਟ ਵਾਜ਼ ਦਾ ਪਰਪਸ ਆਫ ਬਿਟਲੀ ਕਮਿਸ਼ਨ, ਇੱਕ ਕਮਿਸ਼ਨ ਆਇਆ ਸੀ ਬਿਟਲੀ ਕਮਿਸ਼ਨ। ਇਹਦਾ ਕੀ ਪਰਪਸ ਸੀਗਾ ਬਿਟਲੀ ਕਮਿਸ਼ਨ ਦਾ? ਇਹ ਸੀ ਜੀ ਲੇਬਰ ਉੱਤੇ, ਲੇਬਰ ਮਜ਼ਦੂਰਾਂ ਦੀ ਕੰਡੀਸ਼ਨ ਉੱਤੇ ਸੀ ਜੀ, ਵੀ ਹਾਂ ਵੀ ਉਹਨਾਂ ਦੀ ਕੰਡੀਸ਼ਨ ਕਿਸ ਤਰ੍ਹਾਂ ਇੰਪਰੂਵ ਕਰਨੀ ਆ, ਇਸ ਲਈ ਆਪਣੀ ਰਿਕਮੈਂਡੇਸ਼ਨ ਦੇਣੀ ਸੀ। ਟੂ ਰਿਪੋਰਟ ਔਨ ਦਾ ਐਗਜ਼ਿਸਟਿੰਗ ਕੰਡੀਸ਼ਨਸ ਆਫ ਲੇਬਰ, ਲੇਬਰਾਂ ਦੀ, ਨਾਗਰਿਕ ਆਪਣੇ ਮਜ਼ਦੂਰਾਂ ਦੀ ਕੀ ਸਿਚੁਏਸ਼ਨ ਆ, ਕੀ ਕੰਡੀਸ਼ਨ ਆ, ਐਂਡ ਟੂ ਮੇਕ ਰਿਕਮੈਂਡੇਸ਼ਨ, ਤੇ ਰਿਕਮੈਂਡੇਸ਼ਨ ਦਿਓ ਜੀ ਉਹਨਾਂ ਦੀ ਸਿਚੁਏਸ਼ਨ ਕਿਸ ਤਰ੍ਹਾਂ ਇੰਪਰੂਵ ਕੀਤੀ ਜਾ ਸਕਦੀ ਆ। ਇਹ ਸੀ ਬਿਟਲੀ ਕਮਿਸ਼ਨ ਮਜ਼ਦੂਰਾਂ ਉੱਤੇ। ਬਿਟਲੀ chaired the Royal Commission on Labour in India which reported in 1931। ਓਕੇ ਜੀ। ਅੱਛਾ, ਤੁਸੀਂ ਇੱਕ ਗੱਲ ਹੋਰ ਦੇਖਣੀ ਹੈ ਇੱਥੇ, ਇਹ ਥੋੜਾ ਬ੍ਰਿਟਿਸ਼ਰ ਦੀ ਦੇਣ ਹੀ ਆ ਚੀਜ਼ਾਂ, ਵੀ ਲੇਬਰਸ ਦੀ ਸਿਚੁਏਸ਼ਨ ਕਿਸ ਤਰ੍ਹਾਂ ਇੰਪਰੂਵ ਕਰਨੀ ਆ, ਕਮਿਸ਼ਨ ਲੈ ਕੇ ਆਉਣੇ ਆ, ਐਜੂਕੇਸ਼ਨ ਉੱਤੇ ਕਮਿਸ਼ਨ ਲੈ ਕੇ ਆਉਣੇ ਆ, ਕਾਫੀ ਰਿਫੋਰਮਸ ਵੀ ਕੀਤੇ ਬ੍ਰਿਟਿਸ਼ਰਸ ਨੇ। ਵਿਦ ਰੈਫਰੈਂਸ ਟੂ ਦਾ ਐਂਟਰੀ ਆਫ ਯੂਰੋਪੀਅਨ ਪਾਵਰਸ ਇਨਟੂ ਇੰਡੀਆ, ਹੁਣ ਯੂਰੋਪੀਅਨ ਜਦੋਂ ਇੰਡੀਆ ਵਿੱਚ ਆਏ, ਵਿਚ ਵਨ ਆਫ ਦਾ ਫੋਲੋਇੰਗ ਸਟੇਟਮੈਂਟਸ ਇਜ਼ ਨਾਟ ਕਰੈਕਟ, ਕਿਹੜੀ ਕਰੈਕਟ ਨਹੀਂ ਆ, ਦੇਖ ਲੈਂਦੇ ਜੀ। ਪੁਰਤਗੀਜ਼ ਕੈਪਚਰਡ ਗੋਆ ਇਨ 1499, 1499 ਵਿੱਚ ਪੁਰਤਗਾਲੀਆਂ ਨੇ ਗੋਆ ਨੂੰ ਆਪਣੇ ਕਬਜ਼ੇ ਅਧੀਨ ਲੈ ਲਿਆ। ਇਹ ਥੋੜਾ ਤੁਸੀਂ ਦੇਖੋਗੇ ਕਿ 1498 ਵਿੱਚ ਵਾਸਕੋ ਡੀ ਗਾਮਾ ਆਇਆ ਸੀ। ਠੀਕ ਹੈ ਜੀ, ਓਕੇ ਜੀ। ਉਸ ਤੋਂ ਬਾਅਦ ਉਹ 1 ਸਾਲ ਬਾਅਦ ਫੇਰ ਆਇਆ, ਫਿਰ ਹੌਲੀ ਹੌਲੀ ਹੈ ਨਾ ਉਹਨਾਂ ਨੇ ਆਪਣਾ ਇੱਕ ਗਵਰਨਰ ਨਿਯੁਕਤ ਕੀਤਾ। ਇਹ ਥੋੜੀ ਹਿਸਟਰੀ ਚੱਲਦੀ ਆ। ਤਾਂ ਜੇ ਆਪਾਂ ਕਹਿ ਦਈਏ ਕਿ 98 ਵਿੱਚ ਆਇਆ ਸੀ ਤਾਂ 99 ਵਿੱਚ ਉਹਨਾਂ ਨੇ ਗੋਆ ਫਤਿਹ ਕਰ ਲਿਆ, ਇਸ ਤਰ੍ਹਾਂ ਦੀ ਗੱਲ ਨਹੀਂ ਸੀ, ਥੋੜਾ ਟਾਈਮ ਲੱਗਾ ਸੀ, ਹੈ ਨਾ, 9-10 ਸਾਲ ਲੱਗੇ ਸੀਗੇ ਗੋਆ ਨੂੰ ਕੈਪਚਰ ਕਰਨ ਲਈ। ਇਹ 1510 ਦੀ ਗੱਲ ਆ, 1499 ਦੀ ਨਹੀਂ। ਹੁਣ ਤੁਸੀਂ ਫਿਰ ਕਹੋਗੇ ਸਰ ਕਿ ਅਸੀਂ ਇਕੱਲੀ ਸੰਨ ਯਾਦ ਕਰੀਏ, ਨਹੀਂ, ਸੰਨ ਯਾਦ ਕਰਨ ਦੀ ਲੋੜ ਨਹੀਂ, ਕਾਮਨ ਅੰਡਰਸਟੈਂਡਿੰਗ ਆ। 1498 ਵਿੱਚ ਆਇਆ ਤਾਂ ਅਗਲੇ ਹੀ ਸਾਲ ਉਹਨਾਂ ਨੇ ਗੋਆ ਨੂੰ ਨਹੀਂ ਕੈਪਚਰ ਕੀਤਾ ਸੀ, 9-10 ਸਾਲ ਲੱਗ ਗਏ ਸੀ, ਇਸ ਲਈ ਆਹ ਸਟੇਟਮੈਂਟ ਹੋ ਗਈ ਗਲਤ। ਥੋੜੀ ਅਗਲੀ ਸਟੇਟਮੈਂਟ ਵੀ ਪੜ੍ਹ ਲੈਂਦੇ ਹਾਂ। The English opened their first factory in South India at ਮਸੂਲੀਪਟਨਮ, ਅੰਗਰੇਜ਼ਾਂ ਨੇ ਦੱਖਣ ਭਾਰਤ ਵਿੱਚ ਆਪਣੀ ਪਹਿਲੀ ਫੈਕਟਰੀ ਮਸੂਲੀਪਟਨਮ ਵਿਖੇ ਸਥਾਪਿਤ ਕੀਤੀ। ਠੀਕ ਹੈ ਜੀ। ਇਨ ਈਸਟਰਨ ਇੰਡੀਆ, ਪੂਰਬੀ ਇੰਡੀਆ ਦੀ ਗੱਲ ਹੋ ਰਹੀ ਹੈ। The English company opened its first factory in Odisha in 1633. Under the leadership of Dupleix, the French occupied Madras in 1746। ਆ ਦੇਖੋ ਸਾਰੀਆਂ ਗੱਲਾਂ ਤੁਹਾਨੂੰ ਯਾਦ ਨਹੀਂ ਹੋਣੀਆਂ, ਤਾਂ ਇਹਨਾਂ ਵਿੱਚੋਂ ਆਨਸਰ ਲੱਭਣਾ ਥੋੜਾ ਤੁਹਾਡੇ ਲਈ ਮੁਸ਼ਕਿਲ ਹੋਏਗਾ, ਪਰ ਆ ਪਤਾ ਸੀ ਜੀ ਪੁਰਤਗੀਜ਼ ਵਾਲਾ, ਤਾਂ ਇਹਦੇ ਵਿੱਚੋਂ ਹੀ ਆਨਸਰ ਲੱਭ ਗਿਆ ਸਾਨੂੰ। ਕਈ ਵਾਰ UPSC ਇਸ ਤਰ੍ਹਾਂ ਵੀ ਕਰਦੀ ਆ ਕਿ ਬਹੁਤ ਕਠਿਨ ਸਟੇਟਮੈਂਟਾਂ ਦੇ ਦਿੰਦੀ ਆ, ਉਹ ਸਟੇਟਮੈਂਟਾਂ ਆਲਮੋਸਟ ਸਹੀ ਹੋ ਸਕਦੀਆਂ, ਨਹੀਂ ਹੋ ਸਕਦੀਆਂ, ਪਰ ਆਨਸਰ ਉੱਤੇ ਛਿਪਿਆ ਹੁੰਦਾ। ਜੋ ਤੁਸੀਂ ਪੜ੍ਹਿਆ ਆ ਉੱਥੇ ਆਪਣਾ ਦਿਮਾਗ ਲਾਇਆ, ਫਿਰ ਆਨਸਰ ਲੱਭ ਲਿਆ। ਆ ਥੋੜੀ ਹਿਸਟਰੀ ਪੜ੍ਹਨੀ ਬਣਦੀ ਆ। ਪੁਰਤਗਾਲੀਆਂ ਨੇ 1510 ਵਿੱਚ ਬੀਜਾਪੁਰ ਦੇ ਸ਼ਾਸਕਾਂ ਤੋਂ ਗੋਆ ਤੇ ਕਬਜ਼ਾ ਕੀਤਾ ਸੀ, ਨਾ ਕਿ 1499 ਵਿੱਚ। ਇਹ ਬੜਾ ਇੰਪੋਰਟੈਂਟ ਪ੍ਰਸ਼ਨ ਹੋ ਗਿਆ ਜੀ। ਕਿਹੜੇ ਸ਼ਾਸਕਾਂ ਤੋਂ ਗੋਆ ਤੇ ਕਬਜ਼ਾ ਕੀਤਾ ਸੀ ਜੀ? ਬੀਜਾਪੁਰ ਦੇ ਸ਼ਾਸਕਾਂ ਤੋਂ। ਅੱਛਾ ਜੀ, ਹੁਣ ਥੋੜੀ ਹਿਸਟਰੀ ਪੜ੍ਹ ਲਈਏ। ਪੁਰਤਗਾਲੀ ਭਾਰਤ ਵਿੱਚ ਆਉਣ ਵਾਲੇ ਸਭ ਤੋਂ ਪਹਿਲੇ ਯੂਰਪੀ ਸਨ। ਸਿੰਪਲੀ ਪੜ੍ਹ ਲਈਏ, ਭਾਰਤ ਵਿੱਚ ਆਉਣ ਵਾਲੇ ਸਭ ਤੋਂ ਪਹਿਲਾਂ ਅਤੇ ਭਾਰਤ ਤੋਂ ਸਭ ਤੋਂ ਬਾਅਦ ਜਾਣ ਵਾਲੇ ਯੂਰੋਪੀ ਕੌਣ ਸੀ? ਪੁਰਤਗਾਲੀ। ਇਹ ਗਏ ਵੀ ਬਾਅਦ ਵਿੱਚ ਸੀ, ਬਾਅਦ ਵਿੱਚ ਇਹ ਗਏ ਸੀ ਜੀ। 47 ਦੀ ਆਜ਼ਾਦੀ ਤੋਂ ਬਾਅਦ ਅਸੀਂ ਫਿਰ ਡਿਊ ਕੋਰਸ ਆਫ ਟਾਈਮ ਜਿਹੜੀਆਂ ਇਹਨਾਂ ਦੀਆਂ ਕਲੋਨੀਆਂ ਸੀਗੀਆਂ ਉਹਨਾਂ ਨੂੰ ਆਜ਼ਾਦ ਕਰਵਾ ਲਿਆ ਸੀ ਪੁਰਤਗਾਲੀਆਂ ਤੋਂ। 1498 ਈਸਵੀ ਵਿੱਚ ਪੁਰਤਗਾਲ ਦੇ ਵਾਸਕੋ ਡੀ ਗਾਮਾ ਨੇ ਯੂਰੋਪ ਤੋਂ ਭਾਰਤ ਤੱਕ ਇੱਕ ਨਵਾਂ ਸਮੁੰਦਰੀ ਰਸਤਾ ਲੱਭਿਆ। ਠੀਕ, ਉਹ ਕੇਪ ਆਫ ਗੁੱਡ ਹੋਪ ਰਾਹੀਂ ਅਫਰੀਕਾ ਦੇ ਦੁਆਲੇ
ਸਮੁੰਦਰੀ ਸਫ਼ਰ ਕਰਦਾ ਹੋਇਆ ਕਾਲੀਕਟ ਪਹੁੰਚਿਆ। ਕੇਪ ਆਫ ਗੁੱਡ ਇਹ ਕੀ ਹੈ ਜੀ? ਇਹ ਨਾ ਜਦੋਂ ਅਫਰੀਕਾ ਨਾ, ਮੰਨ ਲਓ ਅਫਰੀਕਾ ਦੇ ਬਿਲਕੁਲ ਸਾਊਥ ਵਿੱਚ ਇੱਕ ਜਗ੍ਹਾ ਆ, ਸਾਊਦਰਨ ਪੁਆਇੰਟ ਆ ਜੀ, ਠੀਕ ਹੈ ਨਾ। ਇੱਥੋਂ ਹੁੰਦਾ ਹੋਇਆ ਉਹ ਫਿਰ ਭਾਰਤ ਵਿੱਚ ਪਹੁੰਚਿਆ ਸੀ। ਕਾਲੀਕਟ ਦੇ ਹਿੰਦੂ ਸ਼ਾਸਕ ਕਿਹੜੇ? ਜਮੋਰਿਨ। ਉਸ ਵੇਲੇ ਕਾਲੀਕਟ ਭਾਵ ਅੱਜ ਦੇ ਕੇਰਲਾ ਵਿੱਚ ਕੌਣ ਰਾਜ ਕਰਦੇ ਸੀ? ਜਮੋਰਿਨ। ਉਸ ਦੁਆਰਾ ਉਸ ਦਾ ਸਵਾਗਤ ਕੀਤਾ ਗਿਆ ਅਤੇ ਅਗਲੇ ਸਾਲ ਪੁਰਤਗਾਲ ਵਾਪਸ ਪਰਤਿਆ ਅਤੇ ਭਾਰਤੀ ਮਾਲ ਤੋਂ ਉਸਨੇ ਭਾਰੀ ਮੁਨਾਫਾ ਕਮਾਇਆ, ਜੋ ਉਸ ਦੀ ਮੁਹਿੰਮ ਦੀ ਕੀਮਤ ਨਾਲੋਂ 60 ਗੁਣਾ ਸੀ। ਕਾਫੀ ਉਸਨੂੰ ਪ੍ਰੋਫਿਟ ਹੋਇਆ। ਕਿਸ ਨੂੰ? ਵਾਸਕੋ ਡੀ ਗਾਮਾ ਨੂੰ। ਫਿਰ ਉਹਨੇ ਪੁਰਤਗਾਲ ਜਾ ਕੇ ਆਪਣੀ ਗੱਲਬਾਤ ਦੱਸੀ ਵੀ ਦੇਖੋ ਜੀ ਕਿੰਨਾ ਉੱਥੇ ਮਸਾਲੇ ਵਗੈਰਾ ਹੈਗੇ ਆ ਭਾਰਤ ਵਿੱਚ, ਤੇ ਆਪਾਂ ਸਮੁੰਦਰੀ ਰਸਤੇ ਰਾਹੀਂ ਜਾ ਕੇ ਕਾਫੀ ਵਪਾਰ ਕਰ ਸਕਦੇ ਹਾਂ। ਅਗਲੇ ਸਾਲ 1-2 ਸਾਲਾਂ ਬਾਅਦ 1500 ਈਸਵੀ ਵਿੱਚ ਇੱਕ ਹੋਰ ਪੁਰਤਗਾਲੀ ਪੇਡਰੋ ਅਲਵਾਰੇਸ ਕਾਬਰਾਲ ਭਾਰਤ ਆਇਆ ਅਤੇ ਵਾਸਕੋ ਡੀ ਗਾਮਾ ਨੇ ਵੀ ਦੂਸਰੀ ਯਾਤਰਾ ਕੀਤੀ। ਉਸ ਦੇ ਨਾਲ ਵਾਸਕੋ ਡੀ ਗਾਮਾ ਵੀ ਸੀ। ਵਾਸਕੋ ਡੀ ਗਾਮਾ ਅਗਲੇ ਸਾਲ ਫਿਰ ਭਾਰਤ ਆਇਆ ਸੀ। 1502 ਈਸਵੀ ਵਿੱਚ ਪੁਰਤਗਾਲੀਆਂ ਨੇ ਕਾਲੀਕਟ, ਕੋਚੀ ਅਤੇ ਕੈਨਾਨੌਰ ਵਿਖੇ ਵਪਾਰਕ ਬਸਤੀਆਂ ਸਥਾਪਿਤ ਕੀਤੀਆਂ। ਇਹਨਾਂ 3 ਥਾਵਾਂ ਤੇ ਵਪਾਰਕ ਬਸਤੀਆਂ ਸਥਾਪਿਤ ਕੀਤੀਆਂ ਸਨ। ਟ੍ਰੇਡਿੰਗ ਪੋਸਟ, ਠੀਕ ਹੈ ਜੀ। ਪਹਿਲਾਂ ਇੱਥੇ ਉਹ ਸਥਾਪਿਤ ਹੋਏ। ਭਾਰਤ ਵਿੱਚ ਪੁਰਤਗਾਲੀਆਂ ਦਾ ਪਹਿਲਾ ਗਵਰਨਰ ਫਰਾਂਸਿਸ ਡੀ ਅਲਮੇਡਾ ਸੀ। ਪਹਿਲਾ ਗਵਰਨਰ ਕਿਹੜਾ ਸੀ? ਡੀ ਅਲਮੇਡਾ। ਇਹ ਦੇਖੋ ਜੀ ਇੱਕ ਲਾਈਨ ਤੋਂ ਪ੍ਰਸ਼ਨ ਵੜਨੇ ਪਏ ਆ, ਇੱਥੋਂ ਪ੍ਰਸ਼ਨ ਆਉਣ ਦੇ ਚਾਂਸ ਕਾਫੀ ਆ। 1509 ਈਸਵੀ ਵਿੱਚ ਐਫਹਾਂਸੋ ਡੀ ਅਲਬੁਕਰਕੇ ਇਸ ਨੂੰ ਭਾਰਤ ਵਿੱਚ ਪੁਰਤਗਾਲੀ ਖੇਤਰਾਂ ਦਾ ਗਵਰਨਰ ਬਣਾਇਆ ਗਿਆ ਅਤੇ 1510 ਈਸਵੀ ਵਿੱਚ ਉਸਨੇ ਬੀਜਾਪੁਰ ਦੇ ਸ਼ਾਸਕ ਸਿਕੰਦਰ ਲੋਧੀ ਦੇ ਰਾਜ ਦੌਰਾਨ ਦੀ ਗੱਲ ਹੋ ਰਹੀ ਹੈ। ਬੀਜਾਪੁਰ ਦੇ ਸ਼ਾਸਕ ਤੋਂ ਗੋਆ ਉੱਤੇ ਕਬਜ਼ਾ ਕਰ ਲਿਆ ਅਤੇ ਇਸ ਤੋਂ ਬਾਅਦ ਗੋਆ ਭਾਰਤ ਵਿੱਚ ਪੁਰਤਗਾਲੀ ਬਸਤੀਆਂ ਦੀ ਰਾਜਧਾਨੀ ਬਣ ਗਈ। ਪੁਰਤਗਾਲੀ ਬਸਤੀਆਂ ਦੀ ਰਾਜਧਾਨੀ ਕਿਹੜੀ ਸੀ? ਗੋਆ। ਕਿਹਨਾਂ ਤੋਂ ਜਿੱਤਿਆ ਸੀ ਜੀ? ਪੁਰਤਗਾਲੀਆਂ ਨੇ ਬੀਜਾਪੁਰ ਦੇ ਸ਼ਾਸਕਾਂ ਤੋਂ ਲੈ ਲਿਆ ਸੀ ਜੀ, ਕਬਜ਼ਾ ਕਰ ਲਿਆ ਸੀ। ਇਨ ਇੰਡੀਆ among the following locations the Dutch established their earliest factory at। ਡੱਚ ਕੌਣ ਆ ਜੀ? ਨੀਦਰਲੈਂਡ ਵਾਲੇ। ਇਹਨਾਂ ਨੇ ਆਪਣੀ ਸ਼ੁਰੂਆਤੀ ਦੌਰ ਦੀ ਫੈਕਟਰੀ ਕਿੱਥੇ ਲਾਈ? ਸੂਰਤ, ਪੱਲੀਕਟ, ਕੋਚੀਨ ਤੇ ਕਾਸਿਮ ਬਾਜ਼ਾਰ। ਆਨਸਰ ਹੈ ਜੀ ਪੱਲੀਕਟ। ਇਹਨਾਂ ਦੇ ਹਿਸਾਬ ਨਾਲ ਨਾ ਜਿਹੜਾ ਸਭ ਤੋਂ ਪਹਿਲੀ ਵਾਲੀ ਫੈਕਟਰੀਆਂ ਵਿੱਚੋਂ ਪੁਲੀਕਟ ਨਾਮ ਆਉਂਦਾ, ਪਰ ਅਸਲੀ ਉਹਨਾਂ ਨੇ ਪਹਿਲੀ ਫੈਕਟਰੀ ਲਾਈ ਸੀ ਜੀ ਆਪਣੀ ਮਸੂਲੀਪਟਨਮ ਵਿਖੇ। ਭਾਰਤ ਵਿੱਚ ਡੱਚ ਈਸਟ ਇੰਡੀਆ ਕੰਪਨੀ ਨੇ 1605 ਵਿੱਚ ਮਸੂਲੀਪਟਨਮ ਵਿੱਚ ਪਹਿਲੀ ਫੈਕਟਰੀ ਦੀ ਸਥਾਪਨਾ ਕੀਤੀ। ਇਸ ਤੋਂ ਬਾਅਦ 1610 ਵਿੱਚ ਪੁਲੀਕਟ, 1616 ਵਿੱਚ ਸੂਰਤ, 1641 ਵਿੱਚ ਬਿਮਿਲੀਪਟਮ ਅਤੇ 1653 ਵਿੱਚ ਚਿੰਸੂਰਾ ਇੱਥੇ ਫੈਕਟਰੀਆਂ ਲਾਈਆਂ। ਭਾਵ ਮਸੂਲੀਪਟਨਮ ਵਿਖੇ ਪਹਿਲੀ ਤੇ ਪੁਲੀਕਟ ਵਿਖੇ ਦੂਸਰੀ, ਤੇ ਬਾਅਦ ਵਿੱਚ ਜਾ ਕੇ ਸੂਰਤ ਤੇ ਲਗਾਈ ਸੀ। ਅੰਗਰੇਜ਼ਾਂ ਨੇ ਪਹਿਲੀ ਕਿੱਥੇ ਲਗਾਈ ਸੀ? ਸੂਰਤ ਵਿੱਚ। ਠੀਕ ਹੈ ਨਾ, ਏਦਾਂ ਹੋ ਗਿਆ ਇੰਡੀਆ। ਇੱਥੇ ਅੰਗਰੇਜ਼ਾਂ ਨੇ ਲਾਈ ਤੇ ਡੱਚ ਨੇ ਲਾਈ ਇੱਥੇ। The aim of education as stated by the Woods Dispatch of 1854 was। ਅਸੀਂ ਪੜ੍ਹਿਆ ਕਿ ਅੰਗਰੇਜ਼ਾਂ ਨੇ ਜਦੋਂ ਭਾਰਤ ਵਿੱਚ ਐਜੂਕੇਸ਼ਨ ਦੀ ਸ਼ੁਰੂਆਤ ਕੀਤੀ, ਅਲੱਗ-ਅਲੱਗ ਕਮਿਸ਼ਨ ਬਿਠਾਏ। ਉਹਨਾਂ ਵਿੱਚੋਂ ਇੱਕ ਕਮਿਸ਼ਨ ਸੀ ਜੀ ਵੁਡਸ ਡਿਸਪੈਚ 1854। ਇਹਦੀਆਂ ਰਿਕਮੈਂਡੇਸ਼ਨਸ ਜ਼ਿਆਦਾ ਇੰਪੋਰਟੈਂਟ ਸਨ ਤੇ ਇਹਨੂੰ ਮੈਗਨਾ ਕਾਰਟਾ ਆਫ ਬ੍ਰਿਟਿਸ਼ ਐਜੂਕੇਸ਼ਨ ਇਨ ਇੰਡੀਆ ਵੀ ਕਿਹਾ ਜਾਂਦਾ ਆ। ਉਹ ਕਹਿੰਦਾ ਵੀ ਇਹਦਾ ਕੀ ਏਮ ਸੀ? The creation of employment opportunities for native Indians। ਭਾਰਤੀਆਂ ਲਈ ਰੁਜ਼ਗਾਰ ਦੇ ਅਵਸਰ ਮੁਹੱਈਆ ਕਰਾਉਣੇ। ਇਹ ਕੋਈ ਇੰਨਾ ਨਹੀਂ ਸੀ। ਦੇਖ ਲੈਂਦੇ ਜੀ, ਅੱਗੇ ਪੜ੍ਹ ਲੈਂਦੇ ਪਹਿਲਾਂ। The spread of western culture in India। ਵੈਸਟਰਨ ਕਲਚਰ ਦਾ ਭਾਰਤ ਵਿੱਚ ਸਪਰੈਡ ਕਰਾਉਣਾ, ਨਹੀਂ ਇਹ ਨਹੀਂ ਸੀ। The promotion of literacy among the people using English medium। ਭਾਰਤੀਆਂ ਵਿੱਚ ਕੀ ਆ? ਸਾਖਰਤਾ ਨੂੰ ਵਧਾਉਣਾ ਯੂਜ਼ਿੰਗ ਇੰਗਲਿਸ਼ ਮੀਡੀਅਮ ਤੇ ਜ਼ੋਰ ਸੀ। ਦੇਖੋ ਇੰਗਲਿਸ਼ ਮੀਡੀਅਮ ਤੇ ਜ਼ੋਰ ਸੀਗਾ, ਪਰ ਹਾਇਰ ਐਜੂਕੇਸ਼ਨ ਲਈ ਜਿਹੜੀ ਸਕੂਲ ਐਜੂਕੇਸ਼ਨ ਆ ਉਹ ਵਰਨੈਕੂਲਰ 'ਚ ਕਹਿੰਦੇ ਕਰਾਉਣੀ ਆ। ਜੋ ਇੱਥੋਂ ਦੀਆਂ ਲੋਕਲ ਲੈਂਗੁਏਜ ਆ
ਉਹਨਾਂ ਵਿੱਚ ਕਰਾਉਣੀ ਆ ਸਕੂਲ ਦੀ ਐਜੂਕੇਸ਼ਨ। ਹਾਇਰ ਐਜੂਕੇਸ਼ਨ ਅੰਗਰੇਜ਼ੀ 'ਚ ਕਰਾਉਣੀ ਆ। ਓਕੇ ਜੀ, ਇਸ ਕਰਕੇ ਇਹਦੇ ਉੱਤੇ ਵੀ ਸ਼ੱਕ ਆ ਕਿ ਸਾਰੀ ਦੀ ਸਾਰੀ ਅੰਗਰੇਜ਼ੀ ਉੱਤੇ ਫੋਕਸ ਵਿੱਚ ਨਹੀਂ ਸੀ। ਹਾਇਰ ਐਜੂਕੇਸ਼ਨ ਅੰਗਰੇਜ਼ੀ ਨਾਲ ਤੇ ਬਾਕੀ ਸਕੂਲ ਲੈਵਲ ਦੀ ਕਿਹੜੀ ਆ, ਵਰਨੈਕੂਲਰ ਭਾਸ਼ਾਵਾਂ ਵਿੱਚ। ਠੀਕ ਹੈ ਜੀ। ਅਗਲਾ ਹੈ ਜੀ, ਦ ਇੰਟਰੋਡਕਸ਼ਨ ਆਫ ਸਾਇੰਟੀਫਿਕ ਰਿਸਰਚ ਐਂਡ ਰੈਸ਼ਨਲਿਜ਼ਮ ਇਨ ਦ ਟ੍ਰਡੀਸ਼ਨਲ ਇੰਡੀਅਨ ਐਜੂਕੇਸ਼ਨ। ਇਹ ਹੈ ਜੀ ਗੱਲ। ਉਹ ਕਹਿੰਦੇ ਭਾਰਤੀਆਂ ਨੂੰ ਥੋੜ੍ਹਾ ਨਾ ਆਪਾਂ ਜਾਗਰਿਤ ਕਰੀਏ, ਸਾਇੰਟੀਫਿਕ ਰਿਸਰਚ ਲੈ ਕੇ ਆਈਏ, ਹੈ ਨਾ, ਤਾਰਕਿਕਤਾ ਦੇ ਆਧਾਰਿਤ ਗੱਲਾਂ ਲੈ ਕੇ ਆਈਏ ਇਨ ਦਾ ਟ੍ਰਡੀਸ਼ਨਲ ਐਜੂਕੇਸ਼ਨ ਸਿਸਟਮ। ਜਿਹੜਾ ਸਾਡਾ ਪਰੰਪਰਾਗਤ ਐਜੂਕੇਸ਼ਨ ਸਿਸਟਮ ਆ ਉਹਨੂੰ ਉੱਦਾਂ ਹੀ ਰੱਖਿਆ ਜਾਵੇ, ਜ਼ਿਆਦਾ ਹਿਲਾਈਏ ਨਾ, ਉਸ ਦੇ ਵਿੱਚ ਸਾਇੰਟੀਫਿਕ ਰਿਸਰਚ ਵਗੈਰਾ ਅਤੇ ਰੈਸ਼ਨਲਿਜ਼ਮ ਵਗੈਰਾ ਲੈ ਕੇ ਆਈਏ। ਆਨਸਰ ਡੀ ਹੈ ਜੀ, ਡੀ। ਆਹ ਤੁਹਾਨੂੰ ਲੱਗਣਾ ਆ, ਦੇਖੋ ਆ ਵੀ ਨਹੀਂ ਹੋ, ਤੁਹਾਨੂੰ ਆਨਸਰ ਇਹਨਾਂ ਦੋਵਾਂ ਵਿੱਚੋਂ ਇੱਕ ਲੱਗਣਾ ਆ। ਪਰ ਇੰਗਲਿਸ਼ ਮੀਡੀਅਮ ਮੈਂ ਦੱਸਿਆ ਕਿ ਸਾਰੇ ਐਜੂਕੇਸ਼ਨ ਲਈ ਨਹੀਂ ਸੀ, ਸਿਰਫ ਹਾਇਰ ਐਜੂਕੇਸ਼ਨ ਲਈ ਸੀ। ਓਕੇ ਜੀ, ਦੇਖ ਲਓ ਆਨਸਰ ਹੈ ਜੀ ਡੀ। ਵੁਡਸ ਡਿਸਪੈਚ ਆਫ 1854 are considered as the Magna Carta of English education in India। Magna Carta मतलब बहुत इंपॉर्टेंट। ਤੇ C इनकरेक्ट ਆ, ਕਿਉਂ? ਕਿਉਂਕਿ as it recommended English as the medium of instructions for higher study। ਹਾਇਰ ਸਟੱਡੀ ਵਿੱਚ ਕਹਿੰਦੇ ਅੰਗਰੇਜ਼ੀ ਲੈ ਕੇ ਆਓ ਐਂਡ ਵਰਨੈਕੂਲਰਸ ਕਿੱਥੇ, ਸਕੂਲ ਲੈਵਲ ਤੱਕ। ਵਰਨੈਕੂਲਰ ਕਿਹੜੀਆਂ ਹੁੰਦੀਆਂ, ਤੁਹਾਡੀਆਂ ਲੋਕਲ ਭਾਸ਼ਾਵਾਂ। ਠੀਕ, ਅੱਗੇ ਦੇਖੋ ਜੀ, ਵਿਚ ਵਨ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਨੋਟ ਕਰੈਕਟ। ਆਪਾਂ ਲੱਭਣਾ ਜਿਹੜੀ ਸਟੇਟਮੈਂਟ ਕਰੈਕਟ ਨਹੀਂ ਆ। ਦੇਖੋ ਜੀ, ਅਲੀ ਮਰਦਾਨ ਖਾਨ ਇੰਟਰੋਡਿਊਸ ਦਾ ਸਿਸਟਮ ਆਫ ਰੈਵਨਿਊ ਫਾਰਮਿੰਗ ਇਨ ਬੰਗਾਲ। ਸਾਨੂੰ ਨਹੀਂ ਪਤਾ। ਮਹਾਰਾਜਾ ਰਣਜੀਤ ਸਿੰਘ ਸੈਟ ਅਪ ਮਾਡਰਨ ਫਾਊਂਡਰੀਜ਼ ਟੂ ਮੈਨੂਫੈਕਚਰ ਕੈਨਨਸ ਐਟ ਲਾਹੌਰ। ਉਸਨੇ ਆਧੁਨਿਕ ਤਕਨੀਕ ਵਾਲੀਆਂ ਫਾਊਂਡਰੀਜ਼ ਹੁੰਦੀਆਂ ਜੀ ਜਿੱਥੇ ਨਾ ਧਾਤੂ ਨੂੰ ਪਿਘਲਾਇਆ ਜਾਂਦਾ ਤਾਂ ਕਿ ਤੋਪਾਂ ਬਣਾਈਆਂ ਜਾ ਸਕਣ। ਠੀਕ ਹੈ ਜੀ, ਐਟ ਲਾਹੌਰ। ਇਹ ਹੈ ਜੀ, ਇਸ ਤਰ੍ਹਾਂ ਦੇ ਕੰਮ ਉਹਨਾਂ ਨੇ ਕੀਤੇ ਸੀ। ਸਾਨੂੰ ਸ਼ੱਕ ਇੱਥੇ ਪੈ ਸਕਦੀ ਹੈ ਕਿ ਕੀ ਲਾਹੌਰ, ਹਾਂ ਲਾਹੌਰ ਉਹਨਾਂ ਦੀ ਰਾਜਧਾਨੀ ਸੀ ਤੇ ਇਸ ਸਟੇਟਮੈਂਟ ਦੇ ਸਹੀ ਹੋਣ ਦੇ ਚਾਂਸ ਹੈ। ਸਵਾਈ ਜੈ ਸਿੰਘ ਆਫ ਅੰਬਰ ਹੈਡ ਯੂਕਲਿਡਸ ਐਲੀਮੈਂਟਸ ਆਫ ਜਿਓਮੈਟਰੀਜ਼ ਟਰਾਂਸਲੇਟਡ ਇਨਟੂ ਸੰਸਕ੍ਰਿਤ। ਸਵਾਈ ਜੈ ਸਿੰਘ ਤੁਸੀਂ ਪੜ੍ਹਿਆ ਹੋਏਗਾ ਤੇ ਗੱਲ ਆਉਂਦੀ ਹੈ ਕਿ ਇਹਨਾਂ ਨੇ ਐਸਟਰੋਨੋਮੀ ਉੱਤੇ ਕਾਫੀ ਕੰਮ ਕੀਤਾ ਸੀ, ਮੈਥੇਮੈਟਿਕਸ ਉੱਤੇ ਕਾਫੀ ਕੰਮ ਕੀਤਾ ਸੀ। ਅਜਾ ਤੁਹਾਡਾ ਜੰਤਰ ਮੰਤਰ ਆ ਨਾ, ਦਿੱਲੀ ਵਿੱਚ ਆ, ਜੈਪੁਰ ਵਿੱਚ ਆ, ਹੋਰ ਇੱਕ ਦੋ ਜਗ੍ਹਾ ਤੇ ਹੈਗਾ ਆ, ਇਹ ਵੀ ਇਹਨਾਂ ਨੇ ਹੀ ਬਣਵਾਏ ਸੀ। ਤੇ ਇਹਨਾਂ ਦਾ ਇਹ ਕੰਮ ਸੀਗਾ, ਇਸ ਤਰ੍ਹਾਂ ਦੇ ਕੰਮ ਸੀਗੇ। ਯੂਕਲਿਡ ਐਲੀਮੈਂਟ ਆਫ ਜਿਓਮੈਟਰੀ, ਯੂਕਲਿਡ ਨੇ ਜੋ ਜਿਓਮੈਟਰੀ ਉੱਤੇ ਗੱਲਾਂ ਕਹੀਆਂ ਸਨ ਉਹਦੀ ਟਰਾਂਸਲੇਸ਼ਨ ਕਰਵਾਈ ਸੰਸਕ੍ਰਿਤ ਵਿੱਚ। ਇਹ ਗੱਲ ਸਹੀ ਹੋਣ ਦੇ ਚਾਂਸ ਹੈ ਜੀ, ਸਹੀ ਹੈ ਇਹ। ਸੁਲਤਾਨ ਟੀਪੂ ਆਫ ਮੈਸੂਰ gave money for the construction of idol of goddess Sharda in the Sringeri temple। ਇਹ ਵੀ ਗੱਲ ਕਹੀ ਜਾਂਦੀ ਹੈ ਕਿ ਟੀਪੂ ਸੁਲਤਾਨ ਨੇ ਦੂਸਰੇ ਧਰਮਾਂ ਨੂੰ ਵੀ ਪ੍ਰਮੋਟ ਕੀਤਾ ਤੇ ਉਹਨਾਂ ਨੇ ਸ਼ਿੰਗੇਰੀ ਮੰਦਿਰ ਦੇ ਵਿੱਚ ਜਿਹੜਾ ਆਪਣਾ ਮਾਤਾ ਸ਼ਾਰਦਾ ਇਹਨਾਂ ਦੀ ਮੂਰਤੀ ਬਣਾਉਣ ਲਈ ਮਨੀ ਡੋਨੇਟ ਕੀਤੀ ਸੀ। ਇਹ ਵੀ ਆਪਸ਼ਨ ਸਹੀ ਹੈ ਜੀ। ਹੁਣ ਗੱਲ ਫਸਦੀ ਆ ਇਹਨਾਂ ਵਿੱਚ, ਆਹ ਜਿਹੜਾ ਨਾ ਅਲੀ ਮਰਦਾਨ ਖਾਨ ਨਹੀਂ ਸੀ, ਪਹਿਲਾ ਹੀ ਆਨਸਰ ਆ ਜੀ, ਅਲੀ ਮਰਦਾਨ ਖਾਨ ਨਹੀਂ ਸੀ, ਇਸ ਲਈ ਨੋਟ ਕਰੈਕਟ ਆ। ਇਹ ਆਨਸਰ ਆ ਜੀ। ਇਹ ਸੀ ਫਾਰੁਖਸ਼ਿਆਰ, ਉਸਨੇ ਇੰਟਰੋਡਿਊਸ ਕੀਤਾ ਸੀ ਰੈਵਨਿਊ ਫਾਰਮਿੰਗ ਇਨ ਬੰਗਾਲ। ਬਾਕੀ ਵੀ ਜੇ ਤੁਹਾਨੂੰ ਨਹੀਂ ਆਉਂਦਾ ਨਾ ਤੇ ਆਲਮੋਸਟ ਆਹ ਤਿੰਨ ਦੀਆਂ ਤਿੰਨ ਸਟੇਟਮੈਂਟਾਂ ਸਹੀ ਹੈ, ਆਹੀ ਹੈ ਜੀ ਗੜਬੜ ਵਾਲੀ, ਇਹ ਸਟੇਟਮੈਂਟ ਗਲਤ ਆ। ਅੱਗੇ ਪੜ੍ਹਦੇ ਹਾਂ ਜੀ, ਵਿਚ ਵਨ ਆਫ ਦਾ ਫੋਲੋਇੰਗ ਪ੍ਰੋਵੀਜ਼ਨਸ ਵਾਜ਼ ਨੋਟ ਲਿਖਿਆ ਜੀ ਮੇਡ ਇਨ ਦਾ ਚਾਰਟਰ ਐਕਟ ਆਫ 1833। ਦੇਖਦੇ ਹਾਂ ਜੀ, ਦ ਟ੍ਰੇਡਿੰਗ ਐਕਟੀਵਿਟੀਜ਼ ਆਫ ਦਾ ਈਸਟ ਇੰਡੀਆ ਕੰਪਨੀ ਵਰ ਟੂ ਬੀ ਅਬੋਲਿਸ਼ਡ। ਪਤਾ ਨਹੀਂ ਜੀ। ਦ ਡੈਜ਼ਿਗਨੇਸ਼ਨ ਆਫ ਦਾ ਸੁਪਰੀਮ ਅਥਾਰਟੀ ਵਾਜ਼ ਟੂ ਬੀ ਚੇਂਜਡ ਐਜ਼ ਦਾ ਗਵਰਨਰ ਜਨਰਲ ਆਫ ਇੰਡੀਆ ਇਨ ਕਾਉਂਸਿਲ। ਪਤਾ ਨਹੀਂ ਜੀ। all law making powers to be conferred on governor general in council। ਪਤਾ ਨਹੀਂ ਜੀ। an Indian was to be appointed as a law member in the governor general's council। ਦੇਖੋ ਜੀ, ਇੰਡੀਅਨ ਦੀ ਅਪਾਇੰਟਮੈਂਟ ਹੈ ਨਾ ਕਾਉਂਸਲ ਵਿੱਚ, ਇਹ ਕਾਫੀ ਦੇਰ ਬਾਅਦ ਜਾ ਕੇ ਸ਼ੁਰੂ ਹੋਈ ਸੀ। ਇਹ 33 ਵਿੱਚ ਗੱਲ ਨਹੀਂ ਸੀ। ਇਹ ਇੰਡੀਅਨ ਦੀ ਅਪਾਇੰਟਮੈਂਟ ਬਾਰੇ ਬਾਅਦ ਵਿੱਚ ਗੱਲਾਂ ਸ਼ੁਰੂ ਹੋਈਆਂ ਜਦੋਂ ਤੁਹਾਨੂੰ ਪਤਾ ਕਿ ਵਿਦਰੋਹ ਹੋ ਗਿਆ,
ਫਿਰ ਉਸ ਤੋਂ ਬਾਅਦ ਗੱਲਾਂ ਉੱਠੀਆਂ ਕਿ ਭਾਰਤੀਆਂ ਦੀ ਵੀ ਸ਼ਮੂਲੀਅਤ ਕੀਤੀ ਜਾਵੇ। ਤੁਹਾਨੂੰ ਪਤਾ ਕਿ ਨਾ ਬਾਅਦ ਵਿੱਚ ਜਾ ਕੇ ਫਿਰ ਸਤਿੰਦਰ ਪ੍ਰਸਾਦ ਸਿਨਹਾ ਵਗੈਰਾ ਇਹ ਸਭ ਕੌਂਸਲ 'ਚ ਗਏ ਸੀ, ਅਤੇ ਸ਼ੁਰੂਆਤੀ 1833 ਵਿੱਚ ਨਹੀਂ ਸੀ ਇਹ ਗੱਲ, ਬਾਅਦ ਵਿੱਚ ਗੱਲ ਆ ਜੀ ਇਹ, ਇਸ ਕਰਕੇ ਇਹ ਪੁਆਇੰਟ ਹੋ ਗਿਆ ਗਲਤ। ਆਨਸਰ ਹੈ ਜੀ ਡੀ। ਚਾਰਟਰ ਐਕਟ ਆਫ 1833 ਪ੍ਰੋਵਾਈਡਸ ਫॉर द अपॉइंटमेंट ऑफ ए लॉ मैंबर। ठीक है जी, लॉ मैंबर होना चाहिए आ, पर नॉट नैसेसरली एन इंडियन होवे नहीं होवे इस बारे गल नहीं की गई सी। विद रेफरेंस टू द कॉलोनियल रूल इन इंडिया वट वाज sought by the इलबर्ट बिल इन 1883। 1883 ਵਿੱਚ ਇਲਬਰਟ ਬਿੱਲ ਆਇਆ ਸੀ। ਇਲਬਰਟ ਬਿੱਲ ਉਹਦੇ ਵਿੱਚ ਕੀ ਗੱਲ ਕਹੀ ਗਈ ਸੀ, ਇਹ ਥੋੜੀ ਹਿਸਟਰੀ ਪੜ੍ਹ ਲਈ ਆਪਾਂ ਜੀ। ਦੇਖੋ ਜੀ, ਲਾਰਡ ਰਿਪਨ ਸੀ ਨਾ ਜਿਹੜਾ, ਉਹ ਭਾਰਤੀਆਂ ਦੀ ਹਮਦਰਦੀ ਰੱਖਦਾ ਸੀ। ਉਸ ਦੌਰਾਨ ਇਹ ਬਿੱਲ ਆਇਆ ਸੀ, ਇਲਬਰਟ ਬਿੱਲ। ਇਹ 'ਚ ਕਿਹਾ ਗਿਆ ਸੀ ਕਿ ਜੇ ਕਿਸੇ ਯੂਰੋਪੀਅਨ ਦੇ ਖਿਲਾਫ ਕੇਸ ਚੱਲਦਾ ਪਿਆ ਨਾ, ਤਾਂ ਜੱਜ ਇੰਡੀਅਨ ਹੋ ਸਕਦਾ। ਭਾਵ ਇੰਡੀਅਨ ਜੱਜਾਂ ਨੂੰ ਸਮਾਨਤਾ ਦੇਣ ਦੀ ਕੋਸ਼ਿਸ਼ ਕੀਤੀ ਸੀ ਬ੍ਰਿਟਿਸ਼ ਜੱਜਾਂ ਦੇ ਬਰਾਬਰ। ਪਰ ਨਾ ਇਸ ਬਿੱਲ ਦੇ ਉੱਤੇ ਕੰਟਰੋਵਰਸੀ ਹੋ ਗਈ, ਕਾਫੀ ਵਿਰੋਧ ਹੋਇਆ, ਤਾਂ ਇਸ ਬਿੱਲ ਨੂੰ ਵਾਪਸ ਲੈ ਲਿਆ ਗਿਆ ਸੀ। ਮੇਨ ਗੱਲ ਇਹੀ ਆ ਕਿ ਟੂ ਬ੍ਰਿੰਗ ਇੰਡੀਅਨਸ ਐਂਡ ਯੂਰੋਪੀਅਨਸ ਐਟ ਪਾਰ ਐਜ਼ ਫਾਰ ਐਜ਼ ਦਾ ਕ੍ਰਿਮੀਨਲ ਜੂਰਿਸਡਿਕਸ਼ਨ ਆਫ ਕੋਰਟਸ ਵਾਜ਼ ਕੰਸਰਨਡ। ਕ੍ਰਿਮੀਨਲ ਜੂਰਿਸਡਿਕਸ਼ਨ ਦੀ ਗੱਲ ਸੀ, ਸਿਵਲ ਦੀ ਤਾਂ ਗੱਲ ਪਹਿਲਾਂ ਹੀ ਕਲੀਅਰ ਸੀਗੀ। ਕ੍ਰਿਮੀਨਲ ਵਿੱਚ ਵੀ ਇਹ ਗੱਲ ਕਹੀ ਗਈ ਕਿ ਭਾਰਤੀ ਤੇ ਯੂਰੋਪੀਅਨ ਜੱਜਾਂ ਨੂੰ ਬਰਾਬਰ ਲੈ ਕੇ ਆਵਾਂਗੇ। ਜਿਹੜੇ ਯੂਰੋਪੀਅਨ ਆ ਨਾ, ਉਹਨਾਂ ਦੇ ਖਿਲਾਫ ਜੇ ਕੋਈ ਕੇਸ ਚੱਲਦਾ ਪਿਆ ਆ, ਉਹਨਾਂ ਦੇ ਖਿਲਾਫ ਕੇਸ ਸੁਣਨ ਦਾ ਅਧਿਕਾਰ ਵੀ ਭਾਰਤੀ ਜੱਜਾਂ ਕੋਲ ਹੋਵੇਗਾ। ਇਹ ਗੱਲ ਕਹੀ ਗਈ ਸੀ ਇਲਬਰਟ ਬਿੱਲ ਵਿੱਚ, ਪਰ ਇਹ ਬਿੱਲ ਵਾਪਸ ਲੈ ਲਿਆ ਗਿਆ ਸੀ। ਆਨਸਰ ਹੈ ਜੀ ਏ। ਇਲਬਰਟ ਬਿੱਲ 1883 was introduced during the viceroyalty of Lord Ripon। ਇਹ ਪ੍ਰਸ਼ਨ ਵੀ ਆ ਸਕਦਾ ਕਿ ਇਲਬਰਟ ਬਿੱਲ ਜਦੋਂ ਪੇਸ਼ ਕੀਤਾ ਗਿਆ ਉਸ ਵੇਲੇ ਵਾਇਸਰਾਏ ਕੌਣ ਸੀ? ਲਾਰਡ ਰਿਪਨ। ਅੱਗੇ ਦੇਖੋ, ਇਨ ਇੰਡੀਆ ਦ ਫਸਟ ਬੈਂਕ ਆਫ ਲਿਮਿਟਡ ਲਾਇਬਿਲਿਟੀ ਮੈਨੇਜਡ ਬਾਈ ਇੰਡੀਅਨਸ ਐਂਡ ਫਾਊਂਡਰ ਇਨ 1881 ਵਾਸ। ਦੇਖੋ ਜੀ, ਜਿਹਦੇ ਵਿੱਚ ਇੰਡੀਅਨਸ ਮੈਨੇਜ ਕਰ ਸਕਦੇ ਸੀ, ਖੁਦ ਭਾਰਤੀਆਂ ਦੀ ਬੈਂਕ ਕਹਿ ਲਈਏ ਆਪਾਂ, ਉਹ ਕਿਹੜੀ ਸੀ ਜੀ? ਉਹ ਸੀ ਜੀ ਔਧ ਕਮਰਸ਼ੀਅਲ ਬੈਂਕ। ਔਧ ਕਮਰਸ਼ੀਅਲ ਬੈਂਕ। The first entirely Indian joint stock bank was the Oudh Commercial Bank, established in 1881 in Faizabad, UP. It was collapsed in 1958. 1958 ਵਿੱਚ ਇਹ ਬੰਦ ਹੋ ਗਈ। The next was the Punjab National Bank, that was established in Lahore in 1895. 81 ਵਿੱਚ ਹੋਈ ਸੀ ਜੀ ਔਧ ਕਮਰਸ਼ੀਅਲ ਬੈਂਕ। 95 ਵਿੱਚ ਹੋਈ ਸੀ ਜੀ, ਬਣੀ ਸੀ ਪੰਜਾਬ ਨੈਸ਼ਨਲ ਬੈਂਕ, which has survived to the present and is now one of the largest banks in India। ਇਹ ਹੱਲੇ ਵੀ ਜੀ ਪੰਜਾਬ ਨੈਸ਼ਨਲ ਬੈਂਕ ਚੱਲ ਰਹੀ ਹੈ। ਤੁਹਾਨੂੰ ਪਤਾ ਪੰਜਾਬ ਵਿੱਚ ਤਾਂ ਕਾਫੀ ਬ੍ਰਾਂਚਾਂ ਆ, ਤੇ ਇਹ ਭਾਰਤ ਦੀਆਂ ਵੱਡੀਆਂ ਬੈਂਕਾਂ ਵਿੱਚੋਂ ਇਹਦਾ ਨਾਂ ਆਉਂਦਾ ਜੀ। ਤੁਹਾਨੂੰ ਪਤਾ ਸਭ ਤੋਂ ਵੱਡੀ ਬੈਂਕ ਕਿਹੜੀ ਆ? ਸਟੇਟ ਬੈਂਕ ਆਫ ਇੰਡੀਆ। ਉਸ ਤੋਂ ਬਾਅਦ ਕਮਰਸ਼ੀਅਲ ਬੈਂਕ ਕਿਹੜੀ ਆਉਂਦੀ ਹੈ ਜੀ? ਪੰਜਾਬ ਨੈਸ਼ਨਲ ਬੈਂਕ ਹੀ। ਠੀਕ। ਵਿਚ ਆਫ ਦ ਫੋਲੋਇੰਗ ਪੇਅਰਸ ਆਰ ਕਰੈਕਟਲੀ ਮੈਚਡ? ਦੇਖ ਲੈਂਦੇ ਜੀ। ਅੱਛਾ, ਫਸਟ ਐਂਗਲੋ ਮਰਾਠਾ ਵਾਰ, ਥਰਡ ਮੈਸੂਰ ਵਾਰ, ਫਸਟ ਐਂਗਲੋ ਬਰਮਿਸ ਵਾਰ, ਸੈਕੰਡ ਸਿੱਖ ਵਾਰ। ਇਹ ਪ੍ਰਸ਼ਨ ਰਿਪੀਟਡ ਆ ਜੀ, ਕਾਫੀ ਮੈਟਰ ਇਹਦੇ ਵਿੱਚ ਰਿਪੀਟ ਹੋਇਆ ਆ। ਸੈਕੰਡ ਸਿੱਖ ਵਾਰ। ਸੈਕੰਡ ਸਿੱਖ ਵਾਰ ਤੁਹਾਨੂੰ ਪਤਾ ਕਿ ਦੇਖੋ 1846 ਵਿੱਚ 46 ਤੱਕ ਪਹਿਲੀ ਵਾਰ ਹੋਈ, ਫਿਰ 1-2 ਸਾਲਾਂ ਬਾਅਦ ਦੂਸਰੀ ਵਾਰ ਸ਼ੁਰੂ ਹੋਈ। ਆਪਾਂ ਕਰੈਕਟਲੀ ਮੈਚ ਦੇਖਣਾ ਜੀ। 1845-46 45-46 'ਚ ਪਹਿਲੀ ਜੰਗ ਹੋਈ ਸੀ ਸਿੱਖਾਂ ਵਾਲੀ, ਅੰਗਰੇਜ਼ਾਂ ਤੇ ਸਿੱਖਾਂ ਦੀ। ਦੂਸਰੀ ਨਹੀਂ ਸੀ ਹੋਈ, ਇਸ ਲਈ ਚੌਥਾ ਹੋ ਗਿਆ ਗਲਤ। ਚੌਥਾ ਹੋ ਗਿਆ ਗਲਤ। ਆ ਪਹਿਲੇ ਇਹ ਤੇ ਵੀ ਚੱਕ ਦੋ, ਫਿਰ ਚੌਥਾ ਗਲਤ, ਚੌਥਾ ਗਲਤ। ਦੂਜੇ ਵੱਲ ਧਿਆਨ ਨਾ ਵੀ ਦਿਓ, ਪਹਿਲੇ ਤੇ ਤੀਜੇ ਨੂੰ ਦੇਖੋ ਹੁਣ ਜੀ। ਫਸਟ ਐਂਗਲੋ ਮਰਾਠਾ ਵਾਰ 1767-69 ਨਹੀਂ, ਆਪਾਂ ਪਹਿਲਾਂ ਪੜ੍ਹਿਆ ਇਹ 80 ਦੇ ਕਰੀਬ ਦੀ ਗੱਲ ਆ ਜੀ। 67-69 ਦੀ ਨਹੀਂ ਗੱਲ, 80 ਦੇ ਕਰੀਬ ਦੀ ਗੱਲ ਆ, ਮਰਾਠਿਆਂ ਤੇ ਅੰਗਰੇਜ਼ਾਂ ਦੀ ਲੜਾਈ ਦੀ ਗੱਲ। ਇਸ ਲਈ ਇਹ ਵੀ ਗਲਤ ਹੋ ਜਾਂਦਾ। ਤੀਸਰਾ ਵੀ ਦੇਖ ਲੈਂਦੇ ਜੀ। ਫਸਟ ਐਂਗਲੋ ਬਰਮਿਸ ਵਾਰ
ਇਹ ਤਾਂ ਠੀਕ ਆ ਜੀ, 24-26 ਦੇ ਕਰੀਬ ਗੱਲ ਆ। ਆਂਸਰ ਆ ਜਾਣਾ ਜੀ ਤੁਹਾਡਾ ਡੀ। ਠੀਕ ਹੈ ਨਾ, ਪਹਿਲਾ ਵੀ ਚੱਕ ਦੋ, ਆਂਸਰ ਆ ਜਾਣਾ ਡੀ। ਦੂਜਾ ਤੇ ਤੀਜਾ ਸਹੀ ਆ। ਫਸਟ ਐਂਗਲੋ ਮਰਾਠਾ ਵਾਰ ਦੇਖੋ ਨਾ 75 ਤੋਂ 82। ਫਸਟ ਐਂਗਲੋ ਸਿੱਖ ਵਾਰ 45-46। ਸੈਕੰਡ ਐਂਗਲੋ ਸਿੱਖ ਵਾਰ 48-49। ਇਹ ਥੋੜ੍ਹਾ ਯਾਦ ਰੱਖ ਲਿਓ। ਠੀਕ ਹੈ ਜੀ, ਅੱਜ ਲਈ ਇੰਨਾ ਹੀ। ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ।